ਲੁੱਟ ਕੁੱਤੇ ਖਾ ਗਏ ਰਾਜ ਨੂੰ ਤੇ ਕਿਰਤੀਆਂ ਨੂੰ ਨਹੀਂ ਛੱਤ। ਮੈਂ ਫਾਹਾ ਲੈ ਕੇ ਮਰਦਾ ਹਾਂ ਮੈਨੂੰ ਕਹਿੰਦੇ ਲੋਕ ਜੱਟ। ਕਦੀ ਵੀ ਕੋਈ ਇੰਜੀਨੀਅਰ ਨਹੀਂ ਮਰਿਆ, ਕਦੀ ਕੋਈ ਡਾਕਟਰ ਸੁਸਾਈਡ ਕਰਕੇ ਨਹੀਂ ਮਰਿਆ। ਮਰਦਾ ਜਦੋਂ ਵੀ ਕਿਸਾਨ ਮਰਦਾ। ਯੂਥ ਨੂੰ ਪਤਾ ਵੀ ਜੇ ਹੁਣ ਚੁੱਪ ਕੀਤੇ ਰਹੇ ਤੇ ਬਾਅਦ ਵਿੱਚ ਜਿਹੜਾ ਸਮਾਂ ਹੰਢਾਉਣਾ ਪੈਣਾ ਉਹਨਾਂ ਬੜਾ ਔਖਾ ਹੋ ਜਾਣਾ। ਮਾਝੇ ਦੀ ਧਰਤੀ ਇੱਕ ਇਹੋ ਜਿਹੀ ਧਰਤੀ ਹੈ ਜਿੱਥੇ ਘਰ ਘਰ ਦੇ ਵਿੱਚ ਫੌਜੀ ਆ ਤੇ ਘਰ ਘਰ ਦੇ ਵਿੱਚ ਸ਼ਹੀਦ ਆ। ਇਹ ਸਾਰੇ ਦੇ ਸਾਰੇ ਸਿੱਖੇ ਸਿਖਾਏ ਬੈਠੇ ਆ, ਇਹਨਾਂ ਨੂੰ ਨਾ ਛੇੜਿਆ ਜਾਵੇ। ਲੱਖ ਦੀ ਲਾਹਨਤ ਸਾਡੀ ਜਵਾਨੀ ਤੇ ਜੇ ਅੱਜ ਵੀ ਖੂਨ ਖੌਲੇ ਨਾ, ਆਉਣ ਵਾਲੀਆਂ ਨਸਲਾਂ ਨੂੰ ਨਹੀਂ ਜਵਾਬ ਦੇ ਹੋਣਾ ਜੇ ਅੱਜ ਵੀ ਕਿਸਾਨੀ ਤੇ ਅਸੀਂ ਬੋਲੇ ਨਾ। ਗੁਰਦਾਸਪੁਰ ਦੇ ਵਿੱਚ ਇੱਕ ਗਰਾਊਂਡ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ ਜਿੱਥੇ ਕਿਸਾਨ ਮਜ਼ਦੂਰ ਏਕਤਾ ਦਾ ਸਬੂਤ ਦਿੱਤਾ। ਕਿਸਾਨ ਮਜ਼ਦੂਰ ਏਕਤਾ ਕਲੱਬ ਜਿਹੜੀ ਹੈ ਉਹਨਾਂ ਵੱਲੋਂ ਬਿੱਲਾਂ ਦੇ ਖਿਲਾਫ, ਕੇਂਦਰ ਦੀ ਰਣਨੀਤੀ ਦੇ ਖਿਲਾਫ, ਕਿਸਾਨਾਂ ਦੇ ਹੱਕਾਂ ਨੂੰ ਜਾਗਰੂਕ ਕਰਨ ਦੇ ਲਈ ਇੱਕ ਰੋਸ ਰੈਲੀ ਜਿਹੜੀ ਹੈ ਉਹ ਰੱਖੀ ਗਈ ਹੈ, ਜਿਹਦੇ ਵਿੱਚ ਪੰਜਾਬ ਦੇ ਨਾਮਵਰ ਫਿਲਮੀ ਕਲਾਕਾਰ ਜਿਹੜੇ ਨੇ ਉਹ ਵੀ ਪਹੁੰਚ ਰਹੇ ਨੇ ਔਰ ਧਾਰਮਿਕ ਸ਼ਖਸੀਅਤਾਂ ਵੀ ਪਹੁੰਚੀਆਂ ਹੋਈਆਂ ਨੇ। ਸੋ ਬਹੁਤ ਸਾਰੇ ਨੌਜਵਾਨ ਨੇ ਜਿਨ੍ਹਾਂ ਦੇ ਅੰਦਰ ਅੰਗਿਆਰ ਬਲ ਰਹੇ ਨੇ। ਜੇ ਕਹੀਏ ਤਾਂ ਉਹ ਇਸ ਵੇਲੇ ਜੋ ਹੋ ਰਹੀ ਵਧੀਕੀ ਹੈ ਉਹਦੇ ਖਿਲਾਫ ਨਿੱਤਰ ਕੇ ਮੈਦਾਨ 'ਚ ਆਏ ਹੋਏ ਨੇ। ਸੋ ਸਾਡੇ ਨਾਲ ਗੋਲਡੀ ਮਾਨਪੁਰੀ ਹੈ। ਤੁਸੀਂ ਹੁਣੇ ਸਟੇਜ ਤੋਂ ਗੋਲਡੀ ਜੀ ਇੱਕ ਐਸੀ ਭਾਵੁਕ ਗੱਲਾਂ ਕੀਤੀਆਂ ਨੇ ਔਰ ਇੱਕ ਕਵਿਤਾ ਦੀਆਂ 4 ਲਾਈਨਾਂ ਤੁਸੀਂ ਬੋਲੀਆਂ ਸੀ। ਸਭ ਤੋਂ ਪਹਿਲਾਂ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਸ਼ੁਰੂਆਤ ਉਸ ਕਵਿਤਾ ਤੋਂ ਕਰਦੇ। ਲੁੱਟ ਕੁੱਤੇ ਖਾ ਗਏ ਰਾਜ ਨੂੰ ਤੇ ਕਿਰਤੀਆਂ ਨੂੰ ਨਹੀਂ ਛੱਤ। ਮੈਂ ਫਾਹਾ ਲੈ ਕੇ ਮਰਦਾ ਹਾਂ ਮੈਨੂੰ ਕਹਿੰਦੇ ਲੋਕ ਜੱਟ। ਮੈਂ ਅੰਨ ਦੇਸ਼ ਲਈ ਉਗਾਮਦਾ ਮੇਰੀ ਰੁਲਦੀ ਰਹਿੰਦੀ ਪੱਤ। ਮੈਂ ਫਾਹਾ ਲੈ ਕੇ ਮਰਦਾ ਹਾਂ ਮੈਨੂੰ ਕਹਿੰਦੇ ਲੋਕ ਜੱਟ। ਗੋਲਡੀ ਜੀ ਇਹ 'ਚ ਕੋਈ ਦੋ ਰਾਹ ਨਹੀਂ ਕਿ ਜਿਹੜੇ ਤੁਸੀਂ ਲਫ਼ਜ਼ ਬੋਲੇ ਇੱਕ ਇੱਕ ਲਫ਼ਜ਼ ਦੇ ਵਿੱਚ ਵੱਡੀ ਵੱਡੀ ਸੱਚਾਈ ਹੈ ਔਰ ਇਹ ਸੱਚਾਈ ਤੋਂ ਕਈ ਲੋਕ ਮੁਨਕਰ ਵੀ ਹੋ ਰਹੇ ਨੇ, ਮੁੱਕਰ ਵੀ ਰਹੇ ਨੇ। ਪਰ ਹੁਣ ਮੌਜੂਦਾ ਹਾਲਾਤ ਜੋ ਚੱਲ ਰਹੇ ਨੇ ਇਹ ਮੌਜੂਦਾ ਹਾਲਾਤਾਂ ਨੂੰ ਤੁਸੀਂ ਕਿਸ ਨਜ਼ਰ ਨਾਲ ਦੇਖਦੇ? ਹਾਲਾਤ ਸਰ ਇਹ ਨੇ ਕਿ ਕਦੀ ਵੀ ਕੋਈ ਇੰਜੀਨੀਅਰ ਨਹੀਂ ਮਰਿਆ, ਕਦੀ ਕੋਈ ਡਾਕਟਰ ਸੁਸਾਈਡ ਕਰਕੇ ਨਹੀਂ ਮਰਿਆ। ਮਰਦਾ ਜਦੋਂ ਵੀ ਕਿਸਾਨ ਮਰਦਾ ਤੇ ਹੱਕ ਵੀ ਕਿਸਾਨ ਦੇ ਹੀ ਮਰਦੇ ਨੇ। ਗੋਲਡੀ ਜੀ ਕਿਸਾਨ ਹੀ ਕਿਉਂ ਮਰਦਾ? ਸਵਾਲ ਤੇ ਇਹ ਹੈ ਤੁਸੀਂ ਉਹਨਾਂ ਦੋਵਾਂ ਦਾ ਕਰ ਲਿਆ ਕਿ ਨਾ ਡਾਕਟਰ ਮਰਦਾ, ਨਾ ਇੰਜੀਨੀਅਰ, ਨਾ ਵਪਾਰੀ, ਨਾ ਕੋਈ ਵੱਡੇ ਲੋਕ ਮਰਦੇ ਆ। ਫਿਰ ਕਿਸਾਨ ਕਿਉਂ ਮਰਦਾ? ਕਿਸਾਨ ਵੱਲ ਸਰਕਾਰ, ਮੌਜੂਦਾ ਸਰਕਾਰਾਂ ਧਿਆਨ ਨਹੀਂ ਦਿੰਦੀਆਂ। ਉਹ ਇਹ ਨਹੀਂ ਕਦੀ ਸੋਚਦੀਆਂ ਕਿ ਸਾਡੇ ਘਰਾਂ ਦੇ ਵਿੱਚ ਜਿਹੜਾ ਅੰਨ ਪੱਕਦਾ ਉਹ ਕਿਸਾਨ ਦਾ ਉਗਾਇਆ ਪੱਕਦਾ। ਉਹਨੂੰ ਬਿਲਕੁਲ ਹੀ ਇਗਨੋਰ ਕੀਤਾ ਜਾਂਦਾ। ਇੱਕ ਕਿਸਾਨ 6 ਮਹੀਨੇ ਆਪਣਾ ਖੂਨ ਪਸੀਨਾ ਡੋਲ ਕੇ ਇੱਕ ਫਸਲ ਪੈਦਾ ਕਰਦਾ ਤੇ ਉਸ ਫਸਲ ਦੇ ਜਿਹੜਾ ਦਾਣਾ ਵਾ ਨਾ ਉਹ ਪਤਾ ਨਹੀਂ ਕਿੱਥੇ ਕਿੱਥੇ ਪਹੁੰਚਦਾ। ਮੰਤਰੀਆਂ ਦੇ ਘਰ ਵੀ ਉਹ ਜਾਂਦਾ। ਜਿਹੜੀਆਂ ਸਰਕਾਰਾਂ ਸਾਨੂੰ ਅੱਜ ਇਗਨੋਰ ਕਰ ਰਹੀਆਂ ਨਾ ਉਹਨਾਂ ਦੇ ਬੱਚੇ ਵੀ ਸਾਡਾ ਉਗਾਇਆ ਹੋਇਆ ਹੀ ਅੰਨ ਖਾਂਦੇ ਨੇ। ਪਰ ਪਤਾ ਨਹੀਂ ਕੀ ਮੱਤ ਤੇ ਪੜਦਾ ਪਿਆ ਕਿ ਇਹਨਾਂ ਨੂੰ ਇੰਨਾ ਇਗਨੋਰ ਕੀਤਾ ਜਾਂਦਾ। ਕੋਟੀ ਜੀ ਜੋ ਪਹਿਲਾਂ ਨੌਜਵਾਨਾਂ ਦੇ ਵਿੱਚ ਜਦੋਂ ਇਹ ਬਿੱਲ ਨੂੰ ਲੈ ਕੇ ਜਦੋਂ ਬਿੱਲ ਪਾਸ ਹੋਏ ਸੀ ਕਰੋਨਾ ਦੇ ਟਾਈਮ ਅਸੀਂ ਦੇਖਦੇ ਸੀਗੇ ਕਿ ਅਕਸਰ ਇੱਕ ਗੱਲ ਚਰਚਾ 'ਚ ਉਹ ਜੋ ਹੋਣਾ ਹੀ ਹੋ ਗਿਆ, ਜੋ ਮੋਦੀ ਨੇ ਕਰਤਾ ਹੋਣਾ ਉਹ ਹੀ ਆ, ਹੁਣ ਕੀ ਹੋਊਗਾ, ਕੀ ਫਾਇਦਾ। ਹੁਣ ਨੌਜਵਾਨਾਂ 'ਚ ਕੁਝ ਤਬਦੀਲੀ ਆਈ ਹੈ ਕਿ ਪਹਿਲੀ ਜਿਹੜੀ ਲਾਈਨਾਂ ਉੱਤੇ ਹੀ ਅੜੇ ਹੋਏ ਆ ਜੋ ਅੱਜ ਤੋਂ ਪਹਿਲਾਂ ਸੀ 6 ਮਹੀਨੇ। ਵੇਖੋ ਜੀ ਇਹ ਕਾਨੂੰਨ ਕਿਸਾਨਾਂ ਤੇ ਥੋਪਿਆ ਜਾ ਰਿਹਾ। ਅਸੀਂ ਯੂਥ ਮੰਨਦਾ ਨਹੀਂ ਇਸ ਚੀਜ਼ ਨੂੰ। ਯੂਥ ਨੂੰ ਪਤਾ ਵੀ ਜੇ ਹੁਣ ਚੁੱਪ ਕੀਤੇ ਰਹੇ ਤੇ ਬਾਅਦ ਵਿੱਚ ਜਿਹੜਾ ਸਮਾਂ ਹੰਢਾਉਣਾ ਪੈਣਾ ਉਹਨਾਂ ਬੜਾ ਔਖਾ ਹੋ ਜਾਣਾ। ਸਾਡੇ ਨਾਲ ਮਾਝੇ ਬੈਲਟ ਦੇ ਕਈ ਲੋਕਾਂ ਦੀ ਸੋਚ ਇਹ ਆ ਕਿ ਅਸੀਂ ਬਾਹਰ ਚਲੇ ਜਾਵਾਂਗੇ, ਸਾਡੇ ਬੱਚੇ ਬਾਹਰ ਸੈੱਟ ਹੋ ਜਾਣਗੇ। ਪਰ ਨਹੀਂ, ਜਿਹੜੇ ਬੱਚੇ ਗਏ ਆ ਉਹਨਾਂ ਨੇ ਮੁੜ ਕੇ ਵੀ ਆਉਣਾ। ਉਹਨਾਂ ਨੂੰ ਆਪਾਂ ਜਵਾਬ ਦੇ ਆ। ਉਹਨਾਂ ਨੇ ਸਾਨੂੰ ਪੁੱਛਣਾ ਸਾਡੀਆਂ ਜ਼ਮੀਨਾਂ ਕਿੱਥੇ ਆ। ਤੇ ਇੱਕ ਸੁਭਾਵਿਕ ਗੱਲ ਆ ਕਿ ਆਪਾਂ 10 ਕਿੱਲੇ ਜ਼ਮੀਨ ਠੇਕੇ ਤੇ ਲੈ ਲੈਂਦੇ ਆ ਨਾ, ਤੇ ਜਦੋਂ ਸਾਡੀ ਗੱਲ ਹੋ ਜਾਂਦੀ ਹੈ ਨਾ 3 ਸਾਲ ਵਾਸਤੇ ਜਾਂ 10 ਸਾਲ ਵਾਸਤੇ, ਤੇ ਜਿਹੜੀਆਂ ਉਹਦੇ ਵਿੱਚ ਵੱਟਾਂ ਹੁੰਦੀਆਂ ਨਾ ਉਹ ਨਹੀਂ ਰਹਿੰਦੀਆਂ। ਉਹਨਾਂ ਨੂੰ ਲੈਵਲ ਕਰਾ ਮਾਰ ਕੇ ਉਹਨਾਂ ਨੂੰ ਮਿਲਾ ਲਿਆ ਜਾਂਦਾ ਵਿੱਚ। ਤੇ ਉਹ ਸਾਡੀ ਹੋਂਦ ਕਿੱਦਾਂ ਬਚੀ, ਕਿੱਦਾਂ ਰਹੂਗੀ? ਸਾਡੇ 2 ਕਿੱਲੇ ਜ਼ਮੀਨ ਦੇ ਨੇ, ਸਾਡੇ 4 ਕਿੱਲੇ ਜ਼ਮੀਨ ਦੇ ਨੇ। ਜਦੋਂ 100 ਕਿੱਲਾ ਕਾਰਪੋਰੇਟ ਘਰਾਣਿਆਂ ਨੇ ਲੈ ਲਿਆ ਤੇ ਉਹ ਸਾਡੇ ਕਿੱਲੇ ਕੋਈ ਕਾਗਜ਼ਾਂ ਦੇ ਵਿੱਚ ਰਹਿ ਜਾਣੇ ਆ। ਗੋਲਡੀ ਜੀ ਤੁਸੀਂ ਮਾਝੇ ਦਾ ਇੱਕ ਸਪੈਸ਼ਲੀ ਜ਼ਿਕਰ ਕਰ ਰਹੇ ਸੀ ਕਿ ਮਾਝੇ ਦੀ ਧਰਤੀ ਤੋਂ ਬੜੀਆਂ ਕ੍ਰਾਂਤੀਆਂ, ਬੜੇ ਯੋਧੇ, ਬੜੇ ਖਾੜਕੂ ਜਿਹੜੇ ਨੇ ਤੁਸੀਂ ਦੱਸਿਆ ਸੀ ਕਿ ਇੱਥੋਂ ਉੱਠੇ ਨੇ। ਸੋ ਸ਼ੁਰੂਆਤ ਤੁਸੀਂ ਕਿਹਾ ਅਕਸਰ ਮਾਝੇ ਤੋਂ ਹੁੰਦੀ ਹੈ, ਇਹਦੇ ਬਾਰੇ? ਜਿੰਨੇ ਵੀ ਸੰਘਰਸ਼ ਉੱਠੇ ਨੇ ਮਾਝੇ ਤੋਂ ਹੀ ਉੱਠੇ ਨੇ। ਜਿੰਨੇ ਵੀ ਵੱਡੀਆਂ ਲਹਿਰਾਂ ਜਿੰਨੀਆਂ ਵੀ ਉੱਠੀਆਂ ਮਾਝੇ ਦੇ ਲੋਕਾਂ ਨੇ ਇਹ ਸੰਤਾਪ ਹੰਢਾਇਆ ਹੋਇਆ। 47 ਤੋਂ ਲੈ ਕੇ 84 ਤੋਂ ਲੈ ਕੇ ਜਿੰਨੇ ਵੀ ਸੰਘਰਸ਼ ਹੋਏ ਇਸ ਧਰਤੀ ਤੋਂ ਹੀ ਹੋਏ ਨੇ। ਇਹਨਾਂ ਲੋਕਾਂ ਨੂੰ ਪਤਾ ਹੈ, ਇਹਨਾਂ ਨੇ ਸਿੱਖਿਆ ਹੋਇਆ, ਇਹਨਾਂ ਦੇ ਖੂਨ ਦੇ ਵਿੱਚ ਜਵਾਬ ਦੇਣ ਦੀ ਹਿੰਮਤ ਹੈਗੀ। ਇਹਨਾਂ ਨੂੰ ਪਤਾ ਹੈ ਕਿ ਅਸੀਂ ਕਿੱਦਾਂ ਇਹ ਚੀਜ਼ਾਂ ਹੈਂਡਲ ਕਰਨੀਆਂ। ਤੇ ਅੱਜ ਖੁਸ਼ੀ ਹੋ ਰਹੀ ਹੈ, ਇੰਨਾ ਯੂਥ ਇਕੱਠਾ ਹੋਇਆ ਵਾ ਤੇ ਇਹਨਾਂ ਨੂੰ ਪਤਾ ਵਾ ਵੀ ਸਾਡੀ ਲੜਾਈ ਆ, ਅਸੀਂ ਲੜਨੀ ਆ। ਸਾਡੇ ਬਜ਼ੁਰਗਾਂ ਨੇ ਨਹੀਂ ਲੜਨੀ। ਉਹ ਜ਼ਿੰਦਗੀ ਦੇ ਆਖਰੀ ਦਹਾਕਿਆਂ ਦੇ ਵਿੱਚ ਨੇ, ਉਹਨਾਂ ਨੇ ਸਦਾ ਨਹੀਂ ਸਾਡੇ ਨਾਲ ਬੈਠੇ ਰਹਿਣਾ। ਤੇ
ਸਾਡੇ ਯੂਥ ਨੂੰ ਹੁਣ ਪਤਾ ਇਹ ਚੀਜ਼ ਸਾਹਮਣੇ ਨਿਕਲ ਕੇ ਆਈ ਹੋਈ ਆ। ਇਸ ਚੀਜ਼ ਦਾ ਸਾਨੂੰ ਇੱਥੋਂ ਜਵਾਬ ਮਿਲਦਾ ਹੈ, ਆਨਸਰ ਸਾਨੂੰ ਮਿਲਦਾ ਕਿ ਜਿਹੜਾ ਕੁਰਸੀਆਂ ਦੇ ਉੱਤੇ ਜਿਹੜੀਆਂ ਪੱਗਾਂ ਬੰਨ੍ਹ ਕੇ ਬੈਠੇ ਉਹ ਸਾਡੇ ਬਜ਼ੁਰਗ ਨਹੀਂ ਆ, ਸਾਡੇ ਨੌਜਵਾਨ ਵੀਰ ਵੀ ਨੇ, ਤੇ ਉਹਨਾਂ ਨੂੰ ਪਤਾ ਹੈ। ਨਵੇਂ ਬਜ਼ੁਰਗਾਂ ਦਾ ਨਵਾਂ ਰੂਪ ਅਸੀਂ ਕਹਿ ਸਕਦੇ ਹਾਂ ਕਿ ਯਾਨੀ ਕਿ ਨੌਜਵਾਨ ਜਿਨ੍ਹਾਂ ਵਾਸਤੇ ਬਜ਼ੁਰਗ ਕਦੀ ਸੰਘਰਸ਼ ਕਰਦੇ ਰਹੇ ਨੇ, ਜੇਲ੍ਹਾਂ ਭਰਦੇ ਰਹੇ ਨੇ, ਅੰਦੋਲਨ ਕਰਦੇ ਰਹੇ ਨੇ, ਅੱਜ ਉਹਨਾਂ ਦੇ ਬੱਚੇ ਜਾਂ ਕਈਆਂ ਦੇ ਪੋਤਰੇ ਉਹਨਾਂ ਦੇ ਦੱਸੇ ਹੋਏ ਨਕਸ਼ੇ ਕਦਮ ਤੇ ਚੱਲ ਰਹੇ ਨੇ, ਬਜ਼ੁਰਗਾਂ ਤੋਂ ਰਾਏ ਲੈ ਕੇ ਚੱਲਦੇ ਪਏ ਨੇ। ਗੱਲ ਕੀਤੀ ਜਾ ਰਹੀ ਸੀ ਜੀ, ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਤੇ ਮਾਹੌਲ ਦੀ ਗੱਲਬਾਤ ਹੁੰਦੀ ਹੈ ਜਾਂ ਨੌਜਵਾਨਾਂ ਨੂੰ, ਦੇਖੋ ਤੁਸੀਂ ਪੱਗ ਬੱਧੀ ਹੋਈ ਹੈ, ਤੁਹਾਡੇ ਤੇ ਧਾਰਮਿਕ ਪੱਤਾ ਖੇਡਿਆ ਜਾਂਦਾ, ਤੁਹਾਨੂੰ ਸਿੱਖ ਕਹਿ ਕੇ ਜਾਂ ਤੁਹਾਨੂੰ ਨਕਸਲਾਈਟ ਕਹਿ ਕੇ ਜਾਂ ਹੋਰ ਕਈ ਲਫ਼ਜ਼ ਕਹਿ ਕੇ ਸੰਬੋਧਨ ਕਰ ਦਿੱਤਾ ਜਾਂਦਾ, ਜਾਨੀ ਕਿ ਕਿਸਾਨੀ ਸੰਘਰਸ਼ ਨੂੰ ਬੀਜੇਪੀ ਕੋਸ਼ਿਸ਼ ਕਰ ਰਹੀ, ਕਈ ਦੇ ਇਹ ਬਿਆਨ ਆ ਚੁੱਕੇ ਨੇ, ਇਹ ਜੀ ਮਾਹੌਲ ਖਰਾਬ ਕਰ ਰਹੇ ਨੇ। ਤੁਹਾਨੂੰ ਕੀ ਲੱਗਦਾ? ਮੈਂ ਤੇ ਸਰਕਾਰ ਨੂੰ ਇਹੋ ਅਪੀਲ ਕਰਨਾ ਚਾਹੂੰਗਾ ਕਿ ਮਾਹੌਲ ਨੂੰ ਨਾ ਵਿਗਾੜਿਆ ਜਾਵੇ। ਮਾਝੇ ਦੀ ਧਰਤੀ ਇੱਕ ਇਹੋ ਜਿਹੀ ਧਰਤੀ ਹੈ ਜਿੱਥੇ ਘਰ ਘਰ ਦੇ ਵਿੱਚ ਫੌਜੀ ਆ ਤੇ ਘਰ ਘਰ ਦੇ ਵਿੱਚ ਸ਼ਹੀਦ ਆ। ਇਹ ਸਾਰੇ ਦੇ ਸਾਰੇ ਸਿੱਖੇ ਸਿਖਾਏ ਬੈਠੇ ਆ, ਇਹਨਾਂ ਨੂੰ ਨਾ ਛੇੜਿਆ ਜਾਵੇ, ਇਹਨਾਂ ਦੇ ਜਜ਼ਬਾਤਾਂ ਦੇ ਨਾਲ ਨਾ ਖੇਡਿਆ ਜਾਵੇ, ਇਹਨਾਂ ਦੀ ਕਦਰ ਕੀਤੀ ਜਾਵੇ। ਜੀ ਬਿਲਕੁਲ, ਗੋਲਡੀ ਮਾਨੇਪੁਰੀਆ ਨੇ ਜੋ ਸੱਚਾਈ ਦੱਸੀ ਨਾ, ਜੋ ਗੱਲ ਕੀਤੀ ਹੈ, ਸ਼ੇਰ ਸੁੱਤਾ ਹੈ ਤਾਂ ਸੁੱਤਾ ਹੀ ਰਹਿਣ ਦਿਓ, ਕਿਤੇ ਉਹਨੂੰ ਛੇੜਖਾਨੀ ਕਰਕੇ ਜਗਾ ਨਾ ਦਿਓ। ਸੋ ਜਦੋਂ ਸ਼ੇਰ ਜਾਗਦਾ ਹੈ ਤੇ ਜੇ ਕੋਈ ਬਾਂਦਰ, ਬੱਕਰਾ, ਮੇਮਣਾ ਕੋਈ ਵੀ ਉਹਦੇ ਨਾਲ ਸ਼ਰਾਰਤ ਕਰ ਰਿਹਾ ਹੁੰਦਾ, ਉਹਨੂੰ ਕਿੱਦਾਂ ਪਾੜ ਘੱਤਦਾ, ਇਹ ਤੁਸੀਂ ਵੀ ਅਕਸਰ ਦੇਖਿਆ ਹੋਣਾ। ਸੋ ਪੰਜਾਬ ਦੇ ਸ਼ੇਰ ਅਗਰ ਅਜੇ ਸ਼ਾਂਤ ਨੇ ਤਾਂ ਕੇਂਦਰ ਉਹਨਾਂ ਦੀ ਇਮਤਿਹਾਨ ਲੈ ਰਹੀ ਹੈ, ਪਰਖ ਦੀ ਘੜੀ ਲੈ ਰਹੀ ਕਿ ਉਡੀਕ ਰਹੀ ਹੈ ਕਿ ਇਹ ਲੋਕ ਇੱਕ ਵਾਰੀ ਉਲਝ ਜਾਣ, ਫਿਰ ਇਹਨਾਂ ਨੂੰ ਅਸੀਂ ਕੋਈ ਨਾ ਕੋਈ ਜਿੱਦਾਂ UAPA ਜਾਂ ਕਿਸੇ ਦੇ ਜ਼ਰੀਏ ਕਾਬੂ ਕਰਕੇ ਤੇ ਫਿਰ ਇਹ ਮਾਮਲਾ ਠੰਡਾ ਕਰੀਏ। ਇਹ ਗਲਤ ਧਾਰਨਾ ਹੈ ਸਰਕਾਰ ਦੀ। ਜੇ ਇਦਾਂ ਦੀ ਸਰਕਾਰ ਸੋਚਦੀ ਹੈ ਤਾਂ ਉਹ ਬਹੁਤ ਗਲਤ ਚੀਜ਼ ਆ। ਪਰ ਇਹ ਕਾਨੂੰਨ ਤੁਹਾਨੂੰ ਲੱਗਦਾ ਜੀ ਇਹ ਉਹਨਾਂ ਵਾਸਤੇ ਸੁਰੱਖਿਆ ਕਵਚ ਬਣੇਗਾ, ਯਾਨੀ ਕਿ UAPA ਜਿਹੜੀ ਹੈ ਜਾਂ ਹੋਰ ਜਿਹੜੇ ਖਤਰਨਾਕ ਕਾਨੂੰਨ ਨੇ, ਕਿਸੇ ਦੀ ਸੁਣਵਾਈ ਤੇ ਹੁੰਦੀ ਨਹੀਂ, ਕੋਈ ਤਾਂ ਮਗਰ ਜਾਂਦਾ ਨਹੀਂ, ਕਿਸੇ ਦੇ ਜਿਹੜੇ ਫੜ ਕੇ ਲੈ ਜਾਂਦੇ ਨੇ ਉਹਨਾਂ ਦੇ ਮਗਰ ਤੇ ਉਹਨਾਂ ਦੇ ਪਿੰਡ ਵਾਲੇ ਵੀ ਨਹੀਂ ਜਾਂਦੇ। ਇਹ ਚੀਜ਼ਾਂ ਪੰਜਾਬ ਦੇ ਹਿੱਸੇ ਸ਼ੁਰੂ ਮੁੱਢ ਕਦੀਮ ਤੋਂ ਹੀ ਆਉਂਦੀਆਂ ਨੇ ਤੇ ਆਉਂਦੀਆਂ ਰਹਿਣਗੀਆਂ, ਤੇ ਸਾਡੇ ਯੂਥ ਨੂੰ ਇਹ ਪਤਾ ਵੀ ਆ ਵੀ ਇਹਨਾਂ ਚੀਜ਼ਾਂ ਨੂੰ ਕਿਸ ਤਰ੍ਹਾਂ ਹੈਂਡਲ ਕਰਨਾ। ਤੇ ਮੈਂ ਇੱਕ ਯੂਥ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਤੁਹਾਡੇ ਚੈਨਲ ਦੇ ਰਾਹੀਂ, ਲੱਖ ਦੀ ਲਾਹਨਤ ਸਾਡੀ ਜਵਾਨੀ ਤੇ, ਜੇ ਅੱਜ ਵੀ ਖੂਨ ਖੌਲੇ ਨਾ, ਆਉਣ ਵਾਲੀਆਂ ਨਸਲਾਂ ਨੂੰ ਨਹੀਂ ਜਵਾਬ ਦੇ ਹੋਣਾ ਜੇ ਅੱਜ ਵੀ ਕਿਸਾਨੀ ਤੇ ਅਸੀਂ ਬੋਲੇ ਨਾ। ਸਾਡੀਆਂ ਮੋਟਰਾਂ ਤੇ ਲੱਗੇ ਤੂਤ ਟਾਹਲੀਆਂ ਦੀਆਂ ਲੱਕੜਾਂ ਸਾਡੇ ਸਿਵਿਆਂ ਨੂੰ ਨਸੀਬ ਨਹੀਂ ਹੋਣੀਆਂ। ਸਾਡੀਆਂ ਮੋਟਰਾਂ ਤੇ ਲੱਗੇ ਤੂਤ ਟਾਹਲੀਆਂ ਦੀਆਂ ਲੱਕੜਾਂ ਸਾਡੇ ਸਿਵਿਆਂ ਨੂੰ ਨਸੀਬ ਨਹੀਂ ਹੋਣੀਆਂ। ਯਾਦ ਰੱਖਿਓ, ਅੱਜ ਕਿਹਾ ਏ ਯੂਥ ਨੂੰ ਵੀ ਹੰਭਲਾ ਮਾਰਨਾ ਚਾਹੀਦਾ ਏ, ਕੱਲਾ ਧਰਨਿਆਂ ਦਾ ਠੇਕਾ ਸਾਡੇ ਬਜ਼ੁਰਗਾਂ ਨੇ ਨਹੀਂ ਲਿਆ ਏ। ਸਾਡੇ ਬਜ਼ੁਰਗ ਜ਼ਿੰਦਗੀ ਦੇ ਆਖਰੀ ਦਹਾਕਿਆਂ ਦੇ ਵਿੱਚ ਨੇ, ਉਹਨਾਂ ਨੇ ਸਦਾ ਸਾਡੇ ਨਾਲ ਨਹੀਂ ਬੈਠੇ ਰਹਿਣਾ। ਸਾਡੀ ਰਿਸਪੌਂਸਿਬਿਲਟੀ ਅੱਜ ਕਿ ਅਸੀਂ ਉੱਠ ਕੇ ਆਪਣੇ ਘਰਾਂ 'ਚੋਂ, ਆਪਣੇ ਬਿਸਤਰਿਆਂ 'ਚੋਂ ਬਾਹਰ ਆਈਏ, ਆਉਣ ਵਾਲੀ ਹੋਂਦ ਆਪਣੀ ਕੌਮ ਦੀ ਹੋਂਦ ਨੂੰ ਬਚਾਈਏ। ਤੇ ਸਾਡੇ ਬਜ਼ੁਰਗਾਂ ਨੇ ਸਦਾ ਨਹੀਂ ਸਾਡੇ ਨਾਲ ਬੈਠੇ ਰਹਿਣਾ, ਉਹਨਾਂ ਨੂੰ ਹੋਰ ਵੀ ਕੰਮ, ਉਹਨਾਂ ਦਾ ਹੁਣ ਜਿਹੜੀ ਜ਼ਿੰਦਗੀ ਦੇ ਪੜਾਵ ਦੇ ਵਿੱਚ ਜਿਹੜੇ 'ਚ ਹੈਗੇ ਨੇ, ਉਹਨਾਂ ਦਾ ਇਹ ਨਹੀਂ ਆ ਕਿ ਉਹ ਰੁਲਦੇ ਫਿਰਨ ਧਰਨਿਆਂ ਦੇ ਵਿੱਚ। ਯੂਥ ਦੇ ਅੱਗੇ ਜਿੰਨੇ ਵੀ ਸੰਘਰਸ਼ ਉੱਠੇ ਆ ਨਾ, ਜੇ ਯੂਥ ਲੈ ਕੇ ਤੁਰਿਆ ਨਾ, ਉਹ ਕਦੀ ਵੀ ਉਹ ਸੰਘਰਸ਼ ਮੱਠਾ ਨਹੀਂ ਪਿਆ। ਬਹੁਤ ਬਹੁਤ ਸ਼ੁਕਰੀਆ ਗੋਲਡੀ ਜੀ ਤੁਹਾਡਾ, ਤੁਸੀਂ ਕੀਮਤੀ ਸਮਾਂ ਦਿੱਤਾ। ਸੋ ਗੋਲਡੀ ਜੀ ਇਹ ਗੱਲ ਕਲੀਅਰ ਕਰ ਦਿੱਤੀ ਹੈ ਕਿ ਬਜ਼ੁਰਗਾਂ ਨੂੰ ਕਲੀਅਰ ਹੈ, ਪੰਜਾਬ ਦੇ ਬਜ਼ੁਰਗਾਂ ਨੂੰ ਸੁਨੇਹਾ ਕਿ ਤੁਸੀਂ ਚਿੰਤਾ ਨਾ ਕਰਿਓ। ਪਹਿਲਾਂ ਤੁਹਾਨੂੰ ਚਿੰਤਾ ਜ਼ਰੂਰ ਸੀ ਕਿ ਤੁਹਾਡੇ ਪੋਤਰੇ, ਤੁਹਾਡੇ ਪੁੱਤਰ, ਤੁਹਾਡੇ ਬੱਚੇ, ਨੌਜਵਾਨ ਪੀੜ੍ਹੀ ਜਿਹੜੀ ਹੈ ਸੰਘਰਸ਼ਾਂ ਤੋਂ ਅਕਸਰ ਦੂਰ ਰਹੀ ਹੈ, ਜਿਹੜੇ ਕਿਸਾਨੀ ਸੰਘਰਸ਼ ਰਹੇ ਸੀ। ਪਰ ਹੁਣ ਇਹ ਜੋ ਜਾਗਰੂਕ ਹੋ ਚੁੱਕੀ ਆ, ਕਿਸਾਨੀ ਮੋਰਚੇ ਜਿਹੜੇ ਨੇ ਯੂਥ ਨੇ ਆਪਣੇ ਹੱਥ 'ਚ ਲੈ ਲਏ ਨੇ। ਸੋ ਗੋਲਡੀ ਵੱਲੋਂ ਉਹਨਾਂ ਸਾਰੇ ਹੀ ਬਜ਼ੁਰਗਾਂ ਨੂੰ ਇਹ ਸੁਨੇਹਾ ਹੈਗਾ ਕਿ ਬੇਫਿਕਰ ਹੋ ਜਾਓ, ਚਿੰਤਾ ਨਾ ਕਰਿਓ। ਔਰ ਇਹ ਵੀ ਇਹਨਾਂ ਦਾ ਕਹਿਣਾ ਕਿ ਜਦ ਵੀ ਜਿਹੜਾ ਵੀ ਸੰਘਰਸ਼, ਜਿਹੜਾ ਵੀ ਮੋਰਚਾ ਜਿਹਦੇ 'ਚ ਯੂਥ ਸ਼ਾਮਲ ਹੋ ਗਿਆ, ਉਹ ਕਹਿੰਦੇ ਨੇ ਕਿ ਭਾਵੇਂ ਜੋ ਮਰਜ਼ੀ ਹੋ ਗਿਆ, ਜਿੱਤ ਕੇ ਹੀ ਹਟੇ ਨੇ। ਟਾਈਮ ਲੱਗਾ, ਚਾਹੇ ਕੁਰਬਾਨੀ ਦੇਣੀ ਪਈ, ਚਾਹੇ ਸ਼ਹਾਦਤ ਦੇਣੀ ਪਈ, ਜਿੱਤੇ ਜ਼ਰੂਰ ਨੇ। ਸੋ ਬਹੁਤ ਬਹੁਤ ਸ਼ੁਕਰੀਆ ਗੋਲਡੀ ਜੀ। ਮੈਨੂੰ ਇੱਕ ਮੈਸੇਜ ਹੋਰ ਆ ਮੇਰਾ, ਜਿਹੜੀ ਜ਼ਿੰਦਗੀ ਆ ਨਾ ਸਾਡੀ, ਜੇ ਤੇ ਆਪਾਂ ਆਪਣੀ ਮਰਜ਼ੀ ਨਾਲ ਜੀਣੀ ਆ, ਫਿਰ ਕਰਤਾਰ ਸਿੰਘ ਸਰਾਭੇ ਨੇ ਜਿਹੜੀ ਜ਼ਿੰਦਗੀ ਜੀ ਸੀ ਨਾ, 19.5 ਸਾਲ, ਜਾਂ ਭਗਤ ਸਿੰਘ ਹੁਣਾਂ ਨੇ 23 ਸਾਲ ਜਿਹੜੀ ਸੀ, ਉਹੀ ਬੜੀ ਆ। ਜੇ ਗੁਲਾਮੀ ਦੀ ਜੀਣੀ ਆ, ਫਿਰ 150 ਸਾਲ ਵੀ ਜੀ ਲਓ, 200 ਸਾਲ ਵੀ ਜੀ ਲਓ, ਫਿਰ ਉਹਦਾ ਕੋਈ ਮਾਇਨਾ ਨਹੀਂ। ਥੈਂਕ ਯੂ।